ਵਾਹਿਗੁਰੂ ਸਾਹਿਬ ਜੀ। ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੁਖ ਨਾਮ ਹਰਿ ਸੁਭਾ। चिंता लाहे हमारी, अवर ना सुझै दूजी ठाहर। हार परयो तो द्वारी, लिखा छोड़िया लिखै छूटै। हम निर्गुण लेहो उबारी, साध बख्शिंद सदा मेहरबाना। सबना दे आधारी, नानक उदास संत पाछै परयो। राख लिहो एह बारी, सुकाहो टल गुर सेवियै। अहनिस सहज सुभाए, दर्शन परसै गुरु। जन्म मरण दुख जाए, सिफत कसम दी। नूर अरसों कुरसों झटिया, डिठे सच्चे पातशाह। माल जन्म जन्म दी कटिया, डिठे सच्चे पातशाह। माल जन्म जन्म दी कटिया। सतनाम श्री वाहिगुरु साहिब जीओ। सोरठ महला तीजा, घर पहला। एक ओंकार सतगुर प्रसाद। सेवक सेव करे सब तेरी, जिन शब्दे साध आया। गुर कृपा ते निर्मल होआ, जिन विचों आप गवाया। अंदन गुण गावे नित साचे के, अंदन गुण गावे नित साचे गुर के शब्द सुहाया। मेरे ठाकुर हम बारक शरण तुम्हारी, एको सच्चा सच तो केवल आप मुरारी। सेवक सेव करे सब तेरी, जिन शब्द साध आया। वाहिगुरु जी का खालसा, वाहिगुरु जी की फतेह। साहिब सतगुरु श्री गुरु ग्रंथ साहिब जीआं दी पवित्र पावन हाਜ਼ੂਰੀ अंदर विराजमान हो रही गुरु की संगत सतगुरु पातशाह जीआं ने सानू इस भागे समय सतसंगत दे बख्शिश कीते ने। सतगुरां दी गुरबाणी दे कीर्तन आप संगतां ने आसा दी वार दे रूप दे विच सरवण कीते। इस वेले लड़ीवार गुरबाणी की जो कथा आपां शब्ददार शब्द सरवण करते हाँ, तिस दा समा होया है। आओ कुछ समय वास्ते
ਆਪਣੇ ਧਿਆਨ ਨੂੰ ਟਿਕਾਈਏ ਭਾਵਨਾ ਨਾਲ, ਸ਼ਰਧਾ ਨਾਲ। ਸਤਿਗੁਰਾਂ ਦੇ ਅਗੰਮੀ ਬਚਨ ਸਰਵਨ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹਲਾ ਤੀਜਾ, ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋਰਠ ਰਾਗ ਦਾ ਇਹ ਸ਼ਬਦ ਜੋ ਆਪਾਂ ਅੱਜ ਸਰਵਨ ਕਰ ਰਹੇ ਹਾਂ, ਇੱਥੋਂ ਹੁਣ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਬਾਣੀ ਪ੍ਰਾਰੰਭ ਹੋ ਰਹੀ ਹੈ। ਪਹਿਲਾਂ ਆਪਾਂ ਗੁਰੂ ਨਾਨਕ ਸਾਹਿਬ ਜੀਆਂ ਦੀ ਬਾਣੀ ਸਰਵਨ ਕਰ ਰਹੇ ਸੀ। ਇੱਥੋਂ ਹੁਣ ਗੁਰੂ ਅਮਰਦਾਸ ਪਾਤਸ਼ਾਹ ਦੇ ਸ਼ਬਦ ਸ਼ੁਰੂ ਹੋ ਰਹੇ ਨੇ। ਮਹੱਲਾ ਤੀਜਾ ਦੇ ਅੰਦਰ ਇਹ ਮਹਾਰਾਜ ਨੇ ਕਿਰਪਾ ਕੀਤੀ ਹੈ। ਪਹਿਲੇ ਘਰ ਦੇ ਅੰਦਰ ਇਸ ਸ਼ਬਦ ਨੂੰ ਗਾਉਣ ਦਾ ਹੁਕਮ ਹੈ। ਸਤਿਗੁਰੂ ਜੀ ਮੰਗਲਾਚਰਨ ਬਖਸ਼ਿਸ਼ ਕਰਦੇ ਨੇ। ਇੱਕ ਓੰਕਾਰ ਪਰਮਾਤਮਾ ਜੋ ਓੰਕਾਰ ਹੈ, ਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ। ਜਿਵੇਂ ਕਿ ਮਨੁੱਖ ਦੇ ਵਿੱਚ ਜਾਤ ਹੈ, ਪਰਮਾਤਮਾ ਦੇ ਵਿੱਚ ਜਾਤ ਕੋਈ ਨਹੀਂ ਹੈ। ਉਹਨੂੰ ਕਿਸੇ ਜਾਤ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਵਿਜਾਤੀ ਤੋਂ ਭਾਵ ਹੁੰਦਾ ਹੈ ਜਿਵੇਂ ਮਨੁੱਖ ਤੋਂ ਉਲਟ ਪਸ਼ੂ ਨੇ, ਪੰਛੀ ਨੇ, ਪਰਮਾਤਮਾ ਉਹਨਾਂ ਵਿੱਚ ਵੀ ਨਹੀਂ ਹੈ। ਪਸ਼ੂ ਪੰਛੀ ਰੂਪ ਵੀ ਨਹੀਂ ਹੈ, ਉਹਦਾ ਰੂਪ ਹੈ ਹੀ ਕੋਈ ਨਹੀਂ। ਜਾਤੀ ਤੋਂ ਭਾਵ ਮਨੁੱਖ ਵਰਗੀ ਜਾਤ ਨਹੀਂ ਹੈ, ਕਿਸੇ ਜਾਤ ਵਿੱਚ ਨਹੀਂ ਹੈ। ਵਿਜਾਤੀ ਤੋਂ ਭਾਵ ਕਿਸੇ ਜੂਨ ਵਿੱਚ ਨਹੀਂ ਹੈ, ਨਾ ਪਸ਼ੂ ਹੈ ਨਾ ਪੰਛੀ ਹੈ, ਇਹਨਾਂ ਤੋਂ ਵੀ ਬਾਹਰੀ ਹੈ। ਤੇ ਸਵੈਗਤ ਭੇਤ ਹੁੰਦਾ ਹੈ। ਜਿਵੇਂ ਰੁੱਖ ਹੈ ਨਾ, ਰੁੱਖ ਦਰਖਤ ਆਪਾਂ ਦੇਖਦੇ ਹਾਂ, ਰੁੱਖ ਦੀ ਜੜ ਹੋਰ ਹੈ, ਉਹਦਾ ਤਣਾ ਹੋਰ ਹੈ, ਅੱਗੇ ਟਾਹਣੀਆਂ ਹੋਰ ਨੇ, ਅੱਗੇ ਫੁੱਲ ਹੋਰ ਨੇ, ਫਲ ਹੋਰ ਨੇ। ਪਰਮਾਤਮਾ ਇਹਨਾਂ ਦੇ ਵਿੱਚ ਵੀ ਬੱਧਾ ਹੋਇਆ ਨਹੀਂ ਹੈ। ਨਾ ਉਸ ਨੂੰ ਜੜ ਕਿਹਾ ਜਾ ਸਕਦਾ, ਨਾ ਉਸ ਨੂੰ ਤਣਾ ਕਿਹਾ ਜਾ ਸਕਦਾ, ਨਾ ਉਸ ਨੂੰ ਪੱਤੇ ਕਿਹਾ ਜਾ ਸਕਦਾ, ਨਾ ਉਸ ਨੂੰ ਫਲ ਕਿਹਾ ਜਾ ਸਕਦਾ। ਤਾਂ ਕਹਿੰਦੇ ਜਾਤੀ ਵਿਜਾਤੀ ਸਵੈਗਤ ਭੇਦ, ਇਹਨਾਂ ਤੋਂ ਰਹਿਤ ਹੈ ਪਰਮਾਤਮਾ। ਇਹਨਾਂ ਦੀ ਬੰਦਿਸ਼ ਵਿੱਚ ਨਹੀਂ ਆਉਂਦਾ। ਜੇ ਤਣੇ ਦੀ ਬੰਦਿਸ਼ ਵਿੱਚ ਆਵੇ, ਤਣੇ ਨੂੰ ਵੱਢਿਆ ਜਾਂਦਾ, ਰੱਬ ਵੱਢਿਆ ਜਾਏਗਾ। ਜੇ ਜੜ ਦੀ ਬੰਦਿਸ਼ ਵਿੱਚ ਆਵੇ, ਜੜ ਤੇ ਪੁੱਟੀ ਜਾਂਦੀ ਹੈ, ਪਰਮਾਤਮਾ ਪੁੱਟਿਆ ਜਾਏਗਾ। ਜੇ ਫਲ ਦੀ ਬੰਦਿਸ਼ ਵਿੱਚ ਆਵੇ, ਫਲ ਤੇ ਖਾਧਾ ਜਾਂਦਾ, ਫਿਰ ਉਹ ਖਾਧਾ ਜਾਏਗਾ। ਨਹੀਂ, ਇਹਨਾਂ ਸਾਰੀਆਂ ਚੀਜ਼ਾਂ ਤੋਂ ਪਰੇ ਹੈ। ਕਿਸੇ ਦੇ ਵੱਢਿਆ, ਕਿਸੇ ਦੇ ਖਾਇਆ, ਕਿਸੇ ਦੇ ਭੋਗਿਆ, ਉਹਦਾ ਅੰਤ ਨਹੀਂ ਹੁੰਦਾ। ਤਾਂ ਉਹਨੂੰ ਕਿਹਾ ਜਾਂਦਾ ਓੰਕਾਰ। ਇਹਨਾਂ ਸਾਰੇ ਕਾਰਾਂ ਵਕਾਰਾਂ ਤੋਂ ਪਰੇ ਉਹ ਹੈ ਓੰਕਾਰ, ਤੇ ਉਹ ਇੱਕੋ ਹੀ ਹੈ, ਉਹਦੇ ਵਰਗਾ ਦੂਜਾ ਹੈ ਹੀ ਕੋਈ ਨਹੀਂ। ਸਤਿਗੁਰ ਪ੍ਰਸਾਦ, ਸਤਿਗੁਰੂ ਕਿਰਪਾ ਕਰਦੇ ਨੇ, ਰਹਿਮਤ ਕਰਦੇ ਨੇ, ਮਿਹਰ ਕਰਦੇ ਨੇ, ਤਾਂ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਬਖਸ਼ਿਸ਼ ਦੇ ਰੂਪ ਦੇ ਵਿੱਚ ਤਾਂ ਪਰਮਾਤਮਾ ਮਿਲਦਾ ਹੈ। ਗੁਰੂ ਨਾਨਕ ਦੇ ਪਾਤਸ਼ਾਹ ਨੇ ਖੁਸ਼ ਹੋ ਕੇ ਆਖਿਆ ਨਾ, ਭਾਈ ਬਾਲਾ ਜੀ ਨੂੰ ਕਹਿਣ ਲੱਗੇ, ਭਾਈ ਬਾਲਾ ਜੀ ਤੁਹਾਨੂੰ ਸਦਾ ਹੀ ਕਰਤਾਰ ਚੇਤੇ ਰਵੇ, ਤੁਸੀਂ ਸਦਾ ਹੀ ਕਰਤਾਰ ਨੂੰ ਚੇਤੇ ਰੱਖੋ। ਐਸੀ ਬਖਸ਼ਿਸ਼ ਗੁਰੂ ਕੋਲੋਂ ਮਿਲਦੀ ਹੈ, ਐਸਾ ਆਸ਼ੀਰਵਾਦ ਗੁਰੂ ਕੋਲੋਂ ਮਿਲਦਾ ਹੈ, ਐਸੀ ਅਸੀਸ ਗੁਰੂ ਕੋਲੋਂ ਮਿਲਦੀ ਹੈ। ਸਦਾ ਪਰਮਾਤਮਾ ਚੇਤੇ ਰੱਖਣਾ। ਮਹਾਰਾਜ ਫਰਮਾਉਂਦੇ ਹਨ, ਸੇਵਕ ਸੇਵ ਕਰੇ ਸਭ ਤੇਰੀ, ਜਿਨ ਸ਼ਬਦ ਸਾਧ ਆਇਆ। ਨੂੰ ਸ਼ਬਦ ਦਾ ਸਵਾਦ ਆਇਆ, ਸ਼ਬਦ ਕੀ ਉਪਦੇਸ਼, ਸਵਾਦ ਕੀ ਆਨੰਦ। ਜਿਨ੍ਹਾਂ ਨੂੰ ਗੁਰੂ ਦੇ ਉਪਦੇਸ਼ ਦਾ ਆਨੰਦ ਆਇਆ, ਜਿਨ੍ਹਾਂ ਨੇ ਆਨੰਦ ਦੇ ਨਾਲ ਸੁਣਿਆ, ਬੈਠੇ ਨੇ ਭਾਵਨਾ ਨਾਲ ਕੀਰਤਨ ਸੁਣਦੇ ਪਏ, ਭਾਵਨਾ ਨਾਲ ਕਥਾ ਸੁਣਦੇ ਪਏ, ਇਕੱਲੇ ਸੁਣਦੇ ਹੀ ਨਹੀਂ ਪਏ, ਸਗੋਂ ਆਨੰਦ ਵੀ ਲੈਂਦੇ ਪਏ, ਰਸ ਵੀ ਲੈਂਦੇ ਪਏ। ਸ਼ਬਦ ਦਾ ਸਾਦ ਆਇਆ, ਸ਼ਬਦ ਦਾ ਜਿਨ੍ਹਾਂ ਨੂੰ ਸਵਾਦ ਆਇਆ, ਆਨੰਦ ਆਇਆ, ਰਸ ਆਇਆ। ਫਿਰ ਕੀ ਹੋਇਆ? ਕਹਿਣ ਲੱਗੇ ਸੇਵਕ ਸੇਵ ਕਰੇ। ਉਹ ਫਿਰ ਸੇਵਕ ਬਣ ਕੇ ਸੇਵਾ ਕਰਦੇ, ਜਿਨ੍ਹਾਂ ਨੂੰ ਰਸ ਆਉਣ ਲੱਗ ਪੈਂਦਾ। ਆਪਾਂ ਭਾਈ ਮੇਹਾਂ ਜੀ ਦੀ ਸਾਖੀ ਸਰਵਨ ਕਰਦੇ ਨੇ। ਧਮਧਾਨ ਦੀ ਧਰਤੀ 'ਤੇ ਰਹਿੰਦਾ ਗੁਰੂ ਕਾ ਸਿੱਖ।
ਗੁਰੂ ਤੇਗ ਬਹਾਦਰ ਪਾਤਸ਼ਾਹ ਪਹੁੰਚੇ, ਸਤਿਗੁਰਾਂ ਦੇ ਉਪਦੇਸ਼ ਦਾ ਇੰਨਾ ਆਨੰਦ ਪ੍ਰਾਪਤ ਕੀਤਾ, ਦਿਨੇ ਰਾਤ ਪਾਣੀ ਢੋਂਦਾ, ਦਿਨੇ ਰਾਤ, ਨਾ ਦਿਨੇ ਸੌਂਦਾ ਨਾ ਰਾਤ ਸੌਂਦਾ। ਜਦੋਂ ਇਹਦੇ ਵੱਲ ਵੇਖਦੇ ਸਿੱਖ, ਹਰ ਵੇਲੇ ਪਾਣੀ ਦੀ ਗਾਗਰ ਸਿਰ ਤੇ ਹੀ ਹੁੰਦੀ ਹੈ। ਗਾਗਰ ਭਰ ਕੇ ਲਿਆਂਦੀ ਹੈ, ਲੰਗਰ ਵਿੱਚ ਪਾ ਦਿੱਤੀ ਹੈ, ਦੂਜੀ ਫਿਰ ਲੈਣ ਤੁਰ ਪਿਆ। ਸੇਵਾ ਕਰਦਿਆਂ ਕਰਦਿਆਂ ਸਿਰ ਵਿੱਚ ਕਿਰਮ ਚੱਲ ਗਿਆ, ਪਾਣੀ ਡੁੱਲ ਡੁੱਲ ਕੇ, ਪਾਣੀ ਪੈ ਪੈ ਕੇ ਸਿਰ ਦੇ ਵਿੱਚ। ਪਰ ਇਹੋ ਜਿਹੇ ਆਨੰਦ ਵਿੱਚ ਲੱਗਾ ਸੇਵਕ ਬਣ ਕੇ, ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਬਖਸ਼ਿਸ਼ਾਂ ਕਰਕੇ ਨਿਹਾਲ 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 ਹੀ ਕਰ ਦਿੱਤਾ। ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਜਿਨ੍ਹਾਂ ਨੂੰ ਸ਼ਬਦ ਦਾ ਸਵਾਦ ਆਇਆ ਨਾ, ਆਨੰਦ ਆਇਆ, ਉਹ ਸੇਵਕ ਬਣ ਕੇ ਤੇਰੀ ਸੇਵਾ ਵਿੱਚ ਲੱਗੇ ਭਾਈ ਮੇਹਾਂ ਵਰਗੇ। ਉਹ ਸੇਵਕ ਬਣ ਕੇ ਸੇਵਾ ਵਿੱਚ ਲੱਗੇ। ਆਪਣਾ ਵੀ ਬਚਨ ਹੈ ਮਹਾਰਾਜ ਜੀਆਂ ਦਾ। ਗੁਰੂ ਅਮਰਦਾਸ ਪਾਤਸ਼ਾਹ ਜੀ ਆਪ ਵੀ ਸੇਵਾ ਕਰਦੇ ਗੁਰੂ ਅੰਗਦ ਸਾਹਿਬ ਮਹਾਰਾਜ ਦੀ। ਇਸ ਤਰ੍ਹਾਂ ਭਾਈ ਉਹ ਸੇਵਕ ਬਣ ਜਾਂਦੇ, ਫਿਰ ਸੇਵਾ ਕਰਦੇ। ਜਦੋਂ ਸਵਾਦ ਆਉਂਦਾ, ਜਦੋਂ ਆਨੰਦ ਆਉਂਦਾ, ਸੇਵਾ ਦੇ ਵਿੱਚੋਂ ਵੀ ਆਨੰਦ ਆਉਣ ਲੱਗ ਪੈਂਦਾ, ਨਾਮ ਦੇ ਵਿੱਚੋਂ ਵੀ ਆਨੰਦ ਆਉਣ ਲੱਗ ਪੈਂਦਾ, ਬਾਣੀ ਪਾਠ ਦੇ ਵਿੱਚੋਂ ਵੀ ਆਨੰਦ ਆਉਣ ਲੱਗ ਪੈਂਦਾ। ਹਾਲੇ ਸਾਨੂੰ ਆਨੰਦ ਨਹੀਂ ਆਇਆ, ਅਸੀਂ ਹਾਲੇ ਬੱਧਾ ਚੱਟੀ ਭਰਦੇ ਹਾਂ। ਜੇ ਕੀਰਤਨ ਸੁਣਦੇ ਪਏ ਟਾਈਮ ਵੇਖਦੇ ਪਏ, ਪਾਠ ਸੁਣਦੇ ਪਏ ਟਾਈਮ ਵੇਖਦੇ ਪਏ, ਕਦੋਂ ਪੂਰਾ ਹੋਵੇ, ਸਵਾਦ ਨਹੀਂ ਨਾ ਆਇਆ। ਪਰ ਜਿਨ੍ਹਾਂ ਨੂੰ ਆਨੰਦ ਆਉਣ ਲੱਗ ਪੈਂਦਾ, ਉਹਨਾਂ ਨੂੰ ਸਮੇਂ ਦਾ ਪਤਾ ਹੀ ਨਹੀਂ ਲੱਗਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਇਹ ਜਿਨ੍ਹਾਂ ਨੂੰ ਸ਼ਬਦ ਦਾ ਸਵਾਦ ਆਇਆ, ਉਹ ਸਮੇਂ ਦੇ ਪਾਬੰਦ ਨਹੀਂ, ਸਮੇਂ ਤੋਂ ਬਾਹਰ ਹੀ ਹੋ ਜਾਂਦੇ। ਉਹ ਪਾਠ ਕਰਦੇ ਨੇ, ਅਸੀਂ ਪਾਠ ਕਰਦੇ ਹਾਂ, ਬੱਧਾ ਚੱਟੀ ਜੀ ਭਰਦੇ, ਛੇਤੀ ਨਿਬੜੇਗਾ, ਕਦੋਂ ਨਿਬੜੇਗਾ। ਜਾਂ ਅਸੀਂ ਇੰਨੀ ਰਫਤਾਰ ਦੇ ਨਾਲ, ਇੰਨੀ ਸਪੀਡ ਦੇ ਨਾਲ ਕਰਦੇ ਹਾਂ, ਕੁਝ ਸਾਨੂੰ ਸਮਝ ਆਇਆ, ਕੁਝ ਨਹੀਂ ਆਇਆ। ਪਰ ਮਹਾਰਾਜ ਕਹਿੰਦੇ ਉਹ ਗੁਰਮੁਖ ਜਿਹੜੇ ਨੇ ਨਾ, ਇੱਕ ਇੱਕ ਪੰਕਤੀ ਨੂੰ ਕਈ ਕਈ ਵਾਰ ਹੀ ਪੜ੍ਹੀ ਜਾਂਦੇ, ਰਸ ਹੀ ਲਈ ਜਾਂਦੇ, ਸਵਾਦ ਹੀ ਲਈ ਜਾਂਦੇ। ਦਸਵੇਂ ਪਾਤਸ਼ਾਹ ਮਹਾਰਾਜ ਜਦੋਂ ਬਾਣੀ ਲਿਖਦੇ ਪਏ ਨਾ, ਤੇ ਮਹਾਰਾਜ ਦੇ ਮੁਖੋਂ ਸ਼ਬਦ ਨਿਕਲਿਆ, ਤੂੰ ਹੀ ਸ਼ਬਦ ਦੇ ਰਸ ਵਿੱਚ ਇੰਨੇ ਮਗਨ ਹੋ ਗਏ, ਮੁਖੋਂ ਕਹੀ ਜਾਂਦੇ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ। ਸਿੱਖ ਲਿਖਦਾ ਪਿਆ, ਮਹਾਰਾਜ ਦੇ ਮੁਖ ਦੇ ਬਚਨ ਲਿਖਦਾ ਪਿਆ, ਬਾਣੀ ਉਚਾਰਦੇ ਪਏ ਨਾ ਮਹਾਰਾਜ। ਜਦੋਂ ਮਹਾਰਾਜ ਇੱਕੇ ਸ਼ਬਦ ਨੂੰ ਹੀ ਕਹੀ ਜਾਣ, ਤੂੰ ਹੀ, ਤੇ ਸਿੱਖ ਕੋਲ ਖਲੋਤਾ ਗਿਣਦਾ ਪਿਆ। ਗਿਣਦਿਆਂ ਗਿਣਦਿਆਂ ਮਹਾਰਾਜ ਦੇ ਮੁਖੋਂ 16,000 ਵਾਰੀ ਨਿਕਲਿਆ, ਤੂੰ ਹੀ। ਰਾਸੀ ਇੰਨਾ ਆਨੰਦ ਵਿੱਚ ਹੀ ਇੰਨੇ ਮਗਨ ਹੋ ਗਏ, ਪਤਾ ਹੀ ਨਹੀਂ ਲੱਗਾ ਉਹ ਕਿੰਨੀ ਵਾਰੀ ਸ਼ਬਦ ਵਾਰ-ਵਾਰ ਆਖਿਆ ਗਿਆ। ਜਦੋਂ ਨੇਤਰ ਖੋਲੇ, ਸਿੱਖ ਬੈਠਾ ਹੋਇਆ ਕਲਮ ਫੜ ਕੇ, ਲਿਖਦਾ ਕੁਝ ਨਹੀਂ ਪਿਆ। ਮਹਾਰਾਜ ਕਹਿੰਦੇ ਕੀ ਹੋਇਆ? ਕਹਿੰਦਾ ਮਹਾਰਾਜ ਇੱਕੇ ਸ਼ਬਦ ਨੂੰ ਤੁਸੀਂ ਕਈ ਵਾਰੀ ਆਖਿਆ, ਤੁਹਾਡੇ ਮੂੰਹ ਵਿੱਚੋਂ ਨਿਕਲਿਆ ਤੂੰ ਹੀ। ਸਤਿਗੁਰੂ ਪਾਤਸ਼ਾਹ ਕਹਿੰਦੇ ਕਿੰਨੀ ਵਾਰੀ ਆਖਿਆ? ਕਹਿੰਦਾ ਜੀ 16,000 ਵਾਰੀ ਆਖਿਆ, ਮੈਂ ਗਿਣਦਾ ਪਿਆ ਨਾਲ। ਮਹਾਰਾਜ ਹੁਕਮ ਹੋਵੇ ਤੇ ਫਿਰ 16,000 ਵਾਰੀ ਲਿਖਦੇ ਹਾਂ। ਮਹਾਰਾਜ ਕਹਿੰਦੇ ਨਹੀਂ, 16,000 ਵਾਰੀ ਨਹੀਂ, ਤੂੰ ਇਹਨੂੰ 16 ਵਾਰੀ ਲਿਖ ਦੇ। ਜਿਹੜਾ 16 ਵਾਰੀ ਇਹਨੂੰ ਪੜ੍ਹੇਗਾ ਨਾ, ਉਹਨੂੰ 16,000 ਦਾ ਮਹਾਤਮ ਮਿਲ ਜਾਏਗਾ, ਫਲ ਉਹਨੂੰ 16,000 ਦਾ ਹੀ ਮਿਲੇਗਾ। ਪਰ ਲਿਖ ਦੇ 16 ਵਾਰੀ, ਤੂੰ ਹੀ। ਅੱਜ ਤੁਸੀਂ ਬਾਣੀ ਪੜ੍ਹਦੇ ਨਾ ਦਸਵੇਂ ਪਾਤਸ਼ਾਹ ਦੀ, ਉਹਦੇ ਵਿੱਚ ਸ਼ਬਦ ਹੈ ਮਹਾਰਾਜ ਜੀਆਂ ਦਾ, ਤੇ ਸਤਿਗੁਰਾਂ ਨੇ ਵਾਰੇ ਦਿੱਤਾ ਵੀ 16 ਵਾਰੀ ਕਹਿਣ ਦੇ ਨਾਲ 16,000 ਦਾ ਫਲ ਮਿਲੇਗਾ। ਬਚਨ ਇਹ ਹੈ, ਜਿਨ੍ਹਾਂ ਨੂੰ ਸ਼ਬਦ ਦਾ ਸਵਾਦ ਆਉਣ ਲੱਗ ਪੈਂਦਾ ਨਾ, ਆਨੰਦ ਆਉਣ ਲੱਗ ਪੈਂਦਾ, ਉਹ ਫਿਰ ਸਾਡੇ ਵਾਂਗੂ ਸਮੇਂ ਵਿੱਚ ਨਹੀਂ ਬੰਨੇ ਜਾਂਦੇ ਵੀ ਮੈਂ ਛੇਤੀ ਫਟਾਫਟ ਨਿਬੇੜ ਕੇ ਤੁਰ ਜਾਣਾ। ਨਹੀਂ, ਇੱਕ ਸ਼ਬਦ ਨੂੰ ਕਈ ਵਾਰੀ ਮੁਖੋਂ ਨਿਕਲਿਆ, ਰਸ ਲੈਂਦੇ ਪਏ, ਸਵਾਦ ਲੈਂਦੇ ਪਏ। ਮਹਾਰਾਜ ਕਹਿਣ ਲੱਗੇ ਸ਼ਬਦ ਹੈ, ਸਵਾਦ ਆਇਆ। ਜਿਨ੍ਹਾਂ ਨੂੰ ਸ਼ਬਦ ਦਾ ਉਪਦੇਸ਼ ਦਾ ਆਨੰਦ ਆਇਆ, ਉਹ ਸੇਵਕ ਬਣ ਕੇ ਤੇਰੀ ਸੇਵਾ ਕਰਦੇ, ਜਿਨ੍ਹਾਂ ਦੇ ਉੱਪਰ ਤੇਰੀ ਕਿਰਪਾ ਹੋਈ ਹੈ। ਗੁਰ ਕਿਰਪਾ ਤੇ ਨਿਰਮਲ ਹੋਆ, ਜਿਨ ਵਿੱਚੋਂ ਆਪ ਗਵਾਇਆ। ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਬਖਸ਼ਿਸ਼ ਨਾਲ, ਜਿਨ੍ਹਾਂ ਨੇ ਹਿਰਦੇ ਵਿੱਚੋਂ ਆਪ ਗਵਾਇਆ, ਹੰਕਾਰ ਗਵਾਇਆ। ਜੇ ਕੋਈ ਮਨੁੱਖ ਇਹ ਗੱਲ ਕਵੇ ਨਾ ਵੀ ਮੈਂ ਹੰਕਾਰ ਨੂੰ ਆਪੇ ਦੂਰ ਕਰ ਦਿਆਂਗਾ, ਆਪੇ ਨਹੀਂ ਦੂਰ ਕਰ ਸਕਦਾ। ਜੇ ਆਪੇ ਦੂਰ ਕਰਨਾ ਹੁੰਦਾ ਤੇ ਮਹਾਰਾਜ ਲਿਖਦੇ ਕਿਉਂ? ਕਹਿਣ ਲੱਗੇ ਗੁਰ ਕਿਰਪਾ ਤੇ, ਗੁਰੂ ਕਿਰਪਾ ਕਰੇ ਤੇ ਹੰਕਾਰ ਤਾਂ ਦੂਰ ਹੁੰਦਾ, ਉੱਦਾਂ ਨਹੀਂ ਹੁੰਦਾ। ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਹੀ ਜਾਂਦਾ ਹੈ ਹੰਕਾਰ। ਪਰ ਕਈ ਵਾਰੀ ਹੰਕਾਰ ਵੱਡਾ ਹੁੰਦਾ,
सानू दिस पैंदा, कई वारी बिल्कुल छोटा हुंदा, सानू दिसदा नहीं पर हुंदा जरूर है। आपां इह साखी सरवण करदे ना, भाई गुरदास जी ने लिखिया सी अपनी बाणी विच, सिख दा भरोसा पूरा होना चाहिए। सिख दा भरोसा पूरा होवे ते फिर वो कामयाब हुंदा। महाराज ने जदों उहदी बाणी पढ़ी ना, गुरु हरगोबिंद महाराज ने, सतगुरु जान गया सिख दा भरोसा तो पूरा ठीक है, पर इहदे मन विच मान है, सिख पूरा होवे ते सब कुछ हो सकदा है। फिर महाराज ने परख पा दी, परख विच फिर पूरा नहीं उतर सकिया। फिर समझाया, कहन लगे सिखा भरोसा तो ठीक है, पर भरोसा भी तां प्राप्त हुंदा जे गुरु कृपा करे। भरोसे ते भी तां ही टिकिया जांदा जे गुरु रहमत कर दे। सतगुरु कहन लगे गुर कृपा ते जदों गुरु कृपा करदा है, विचों आप गवाया तां विचों हंकार जांदा, नहीं ते किसे ना किसे रूप दे विच रह ही जांदा। ते जिन्हां दा हंकार विचों चला गया ना मन दिओ, ते महाराज कहन लगे निर्मल होवा, उन्हां दा मन फिर निर्मल हो गया, पवित्र हो गया। शब्द नूं समझण वास्ते पंक्ति दे लिखे हुए जिहड़े शब्द ने उन्हां नूं अगे पिछे तां कीता भी समझ आ जाए। गुर कृपा ते जिन्हां दे उपर गुरु दी कृपा हुई है, विचों आप गवाया, उन्हां ने विचों हंकार खत्म कीता, तां उन्हां दा मन निर्मल होया। ये साडे मन दा सवाल भी है, मन साफ किवें हुंदा? जां कई बारी असीं ये गल कह दिंदे मेरा मन तो साफ है, तेरा मन साफ किवें है? उन्ना चिर मन साफ नहीं हो सकता जिन्ना चिर गुरु कृपा ना करे। गुरु कृपा दे नाल जिन्ना चिर हंकार ना विचों गया, ये तेरा झूठा दावा है बंदिया भी मेरा मन साफ है। नहीं, तेरा मन ते भरिया पिया वकारां ते मैलां दे नाल। ये उन्ना चिर साफ नहीं होवेगा जिन्ना चिर गुरु कृपा नहीं करता। तो फिर जिन्ना चिर हंकार नहीं जाता उन्ना चिर मन निर्मल नहीं होना। मन निर्मल करना गुरु की कृपा लै, हंकार नूं खत्म कर, फिर मन पवित्र हुंदा है। अनदिन गुण गावे नित, साचे गुर के शब्द सुहाया। गुरु पातशाह कहन लगे अनदिन गुण गावे नित साचै। इत्थे विश्राम है इस पंक्ति का। अनदिन गुण जिहड़े दिने रात गुण गाउंदे ने गुरु पातशाह दे, महाराज कहन लगे साचै अनदिन दिने रात, साचै गुर कै अनदिन गुण गावे। जिहड़े अनदिन गुण, अनदिन तो भाव दिने रात, गुर कै शब्द सुहाया। पंक्ति फिर पढ़ियो। अनदिन गुण गावे नित, साचे गुर कै शब्द सुहाया। अनदिन जिहड़े दिने रात गुरु दे शब्द नूं जपदे ने, गुरु दे द्वारा दिने रात, दिने भी जपदे पे रात भी जपदे पे। वो जिहड़े दिने रात जपदे ने, महाराज कहन लगे वो फिर गुण गाउंदे ने सच्चे दे। बंदे दे गुण गाउण दी गल नहीं है। जिन्हां ने सच्चे दे गुण गाए ने वो सुहाया कहिए सफले हो गए, वो सुहाया कहिए शोभनीक हो गए, जां पवित्र हो गए जिन्हां ने दिने रात परमात्मा दे गुण गाए। गुण गावां दिन रात, नानक चाओ एहो विसर नाहीं दातार, अपना नाम देओ। अरदास कर परमात्मा तू मैनू भुले ना, मैनू याद रवे। मेरे विच अपने विच इन्नी समर्था नहीं भी मैं तेनू याद रख सकां, केवल तू कृपा करेगा। जदों तू कृपा करेगा फिर तेरे गुणां नू दिने रात गावां, पर गावां चाह दे नाल, नाराज़गी दे नाल नहीं, निराशता दे नाल नहीं। इस तरह जिहड़े गुण गाउंदे वो शोभनीक हुंदे हन। मेरे ठाकुर हम बारिक शरण तुम्हारी। ऐ मेरे ठाकुर, ऐ मेरे मालिक, मैं आप जी दा बच्चा हाँ, मैनू केवल तुहाडी छत्र छाया, तुहाडी छत्र छाया बिना मैं किवें रह सकदा। एक छोटा जिहा बच्चा है ना, वो अपने आप दुध नहीं पी सकता, अपने आप भोजन नहीं खा सकता, अपने आप कपड़े नहीं पा सकता, अपने आप नहा धो नहीं सकता। वो किहदे आसरे है? माँ दे आसरे है। माँ की ड्यूटी लगी है। माँ ने उसनूं नवाया, उसनूं खिलाया, उसनूं पालिया। जिवें एक माँ अपने पुत्र नूं पालदी है, परमात्मा मैं तुहाडा पुत्र हाँ, तुहाडा बच्चा हाँ, पर है निक्का जिहा, मैं अपने आप कुछ नहीं कर सकता। मेरे ठाकुर हम बारक, ऐ मेरे मालिका मैं तेरा बच्चा निक्का जिहा,
शरण तुम्हारी तेरी शरण में आया। जिवें एक छोटा बाल अपने आप खा पी कुछ नहीं सकता, कपड़े नहीं पा सकता, नहा धो नहीं सकता, इस तरह मैं अपनी मर्जी के नाल ना सेवा कर सकता, ना मैं मर्जी नाल नाम जप सकता, ना मैं मर्जी नाल बाणी पढ़ सकता। मैं तो केवल तेरे ते निर्भर हाँ, मेरे ते कृपा कर। अपना मेहर दा हाथ रख के मेरे कोलों नाम जपा, मेहर दा हाथ रख के मेरे कोलों सेवा करवा। मैं आप जी की शरण में आया हाँ। एको सच्चा सच तो केवल आप मुरारी। है सच निश्चय, निश्चय स्वरूप परमात्मा, मुरनामे दैंत दे नाश करन वाले मुरारी। मैं निश्चय करके एक तेरे नाम नू जपदा। निश्चा की है? भरोसा। नाम जपदा भरोसा भी रखदा। असी पाठ करते हैं ना, कई बारी रब ना करे कोई निकी मोटी बिपता पै जाए ना, साढ़े ते संकट पै जाए, सानू ये तो पता होंदा भी मैं पाठ करा, मैं नाम जपां। कई बारी पाठ करदियां बड़ियां विचारां आउणगियां, पता नहीं ये काम होवेगा कि नहीं होवेगा। मैनू फलाने बंदे ने आखिया सी भी ओ फलाने बाबे कोल जा, वो तेरे काम करेगा। उहदे कोल मैं गया नहीं, मैं तो पाठ करदा पिया। जे मैं उत्थे चले जाता हो सकता ज़्यादा भला हो जाता। मैं इत्थे बैठा बाणी पढ़दा नाम जपदा, की पता मैनू फल मिलेगा कि नहीं। महाराज कहते इस तरह नहीं, निश्चा रख, तेरा निश्चा इन्ना अड़ोल होवे कि डुलाया ना जाए, फिर गल फिर बनी हो। जे बाणी पढ़दे नाम जपदे ध्यान फिर भी उधर चला गया, गल नहीं बनेगी। महाराज कहन लगे एको सच्चा सच तू केवल आप मुरारी। ऐ मुरारी परमात्मा तू सच निश्चय करके सच्चा है, मेरे मन नू यकीन है, तू कृपा करेगा, ये मेरे मन नू यकीन है। इस करके तू केवल मोक्ष नू देने वाला है, तू केवल कहिए शुद्ध स्वरूप है, तेरे वर्गा कोई दूजा होर नहीं है। रहो जागत रहे तिन्नी प्रभ पाया, शब्द हम मारी। सतगुरु पातशाह कहते जिन्हों ने शब्द जप के उपदेश जप के हौमे मारी है। हौमे मारनी सौखी नहीं है। पारा है ना, पारा, पारा मारना सौखा नहीं। साबता पारा सबूता पारा खा जाओ मौत हो जाएगी। उस पारे नू वैद कोल लैके जाओ, वो बड़े तरीके दे नाल उहदे विच होर भस्मा पा के होर रसायना पा के पारे नू मार देवेगा। फिर वो पारा खावेगा, इन्ना ताकतवर होवेगा तेरे रोग नू कट देवेगा। पारा मारना हरेक दे वस की गल नहीं है। वो वैद मार सकदा जिन्हें किसी गुरु की मार खाधी है। सतगुरु पातशाह कहते हौमे मारनी भी सौखी नहीं है। जे तू आपे आखे ना भी मैं आपे ही हौमे मार देंगा, नहीं हो मरनी तेरे को। किवें मरेगी? गुरु कृपा करे, गुरु रूपी वैद कोल जा, वो इस हौमे नू मार के तैनू उपदेश बख्शिश करनगे। महाराज कह लगे शब्द हौमे मारी, जिन्हों ने शब्द जपन करके हौमे नू मारिया। पातशाह कह लगे जागत रहे, वो जागृत अवस्था में जागदे पे। जागृत अवस्था की है? असी जदों गल करते हैं केवल गल करते हैं, जदों असी सुते हैं केवल असी सुते हैं, जदों असी काम करते हैं कल्ले असी काम ही करते पे। जागृत अवस्था ये है काम करदियां भी उन्हां दे अंदर वाहिगुरू मंत्र का जाप चलदा रहिंदा, गल्लां करदियां भी उन्हां दे अंदर वाहिगुरू मंत्र का जाप चलदा रहिंदा, सुत्या होयां भी उन्हां दे अंदर नाम का जाप चलदा रहिंदा। इनू जागृत अवस्था कहिंदे ने। हर काम दे विच वो रब दे नाम दे वल्ले जागदे पे, हर काम दे विच वो सिमरन दे विच जागदे पे। सतगुरु पातशाह महाराज साहब जियां दे कई इहो जिहे गुरसिख होए, नाम जपण वाले साधु होए, बंदगी वाले गुरमुख होए, जिहड़े गल्लां करदियां काम करदियां भी नाम जपदे। एक महात्मा बड़े गुरमुख किसी सिख दे नाल विचार करते पे, विचार करदियां करदियां ना गल्लां बातां करदियां उन्होंने दोवें हाथ जोड़ के सिर झुकाया। तो जिहड़ा गुरसिख गल करदा पिया हैरान होया भी असी खलोते ते किन्ने चिर दे आ, फतेह भी असी पहलां आपस में एक दूजे नूं बुलाई है, असी हुण गल्लां करदे पे। इन्हां ने सिर झुकाया, नमस्कार कीती है, पुछ ही लिया। कहंदे जी हुण गल्लां करदियां करदियां तुसीं अपना सिर झुकाया, सलाम कीती है, नमस्कार कीती है,
समझ नहीं आई भी ये क्यों किया है। तो जिहड़े गुरमुख सन नाम दे रसीए कहन लगे गल्लां ते असीं तुहाडे नाल करदे पए, पर साडा कहंदे जपजी साहब दा पाठ संपूर्ण होया, असीं तां अपना सिर झुका के नमस्कार कीती है। गल्लां भी करदे पए, नाम भी जपदे पए, साडा गुरबाणी दा पाठ पूरा होया, असीं तां नमस्कार कीती है। ये है जागृत अवस्था। काम करदिआं गल करदिआं सुतियां होयां भी अंदर नाम दी किरिया चलदी रहिंदी है। जे कोई पूछे किवें, जिवें साडे शरीर दे विच साह चलदा है, असीं गल्लां करदे ना जिन्नियां मर्जी करदे रहो, साह अपने आप ही चली जाना, बंद नहीं हो जाना। असीं काम करदे पए, सानू नहीं पता कोलों कौन लंघ गया, इन्ने काम दे विच साडा ध्यान लगा होया, इन्ना ध्यान लगन दे बावजूद भी साह चलदा पिया, वो नहीं रुकिया। दुनिया कित्थे जांदी है कित्थे आउंदा है सानू पता नहीं, इन्ने मसरूफ हो गए अपने काम दे विच, पर फिर भी श्वास ते चलदे पए। असीं सौ गए हाँ गूढ़ी नींद, सानू नहीं पता भी सुते असीं टेढ़े हाँ कि सीधे हाँ, गूढ़ी नींद सुते पे, साह ते फिर भी चलदे पे। जिवें सुतियां साह चलदे, काम करदिआं चलदे, गल करदिआं चलदे, गुरमुखां दे इसे तरह नाम जपदिआं अंदर, गल करदिआं अंदर नाम चलदा रहिंदा, सुतियां भी नाम चलदा रहिंदा। ऐसी अवस्था दे मालक हो जाते, उन्होंने कहा जाता जागृत अवस्था। महाराज कहन लगे भाई ऐसी बख्शिश हुई है, तिनी प्रभ पाया। फिर परमेश्वर भी तो उन्होंने पाउणा है, जिहड़े गल्लां करदिआं भी अंदरों नाम जपदे, जिहड़े काम करदे भी अंदरों जपदे, परमात्मा उन्होंने पाउणा है। जिहड़ा गल्लां करदिआं केवल झूठ ही बोलदा, अंदरों खोट दे नाल भरिया, वो थोड़ी परमात्मा नूं पाएगा, वो नहीं पा सकता है। गिरही मैं सदा हर जन उदासी, ज्ञान तत्त विचारी। इन्होंने तत्त ज्ञान नूं, जथा रथ ज्ञान नूं विचारिया है। वेदां शास्त्रां दा निचोड़ की है, विद्वानां ने लिखिया भी 1.25 लाख सुरती है वेदां दी, 1.25 लाख सुरती है वेदां दी। श्लोक जिन्होंने आपां कह दईए सौखा जिहा समझण वास्ते, उहदे विच कर्म कांड दा बड़ा जिक्र कीता, पर उहदे विचों कुछ श्लोक वो ने जिहड़े नाम दा कथन करदे। 80,000 सुरती कहंदे कर्म कांड दा जिक्र करदी है। कर्म कांड की हुंदा? 80,000 सुरती श्लोक इस गल दा जिक्र करदा, पर कुछ श्लोक वो ने जिहड़े नाम दी गल करदे, नाम दी महिमा। वेद विच भी नाम दी महिमा लिखी है। सिमरत वेद पुराण पुकारन पोथियां, नाम बिना सब कूड़ गाली होछियां। सिमरतियां वेद पुराण भी ये गल कहिंदे ने, नाम तो बिना बंदिया सारियां होछियां गल्लां, झूठियां गल्लां कुछ नहीं हो इन्हां दे विच हैगा। वेद दा निचोड़ इहो ही है भी नाम जपना। सतगुरु पातशाह कहन लगे तत्त ज्ञान। तत्त ज्ञान की है? वेदां दा सिद्धांत विचों निकलिया होया निचोड़। वो जिहड़ा ज्ञान है ना, उसनों तत्त ज्ञान आख्या जाता। जथा रथ ज्ञान हर जन, हरि दे जन, हरि दे जन रब दे भगत गुरमुख उसनों प्राप्त करदे, और प्राप्त करके गिरही मैं उदासी। परिवार दे विच रहिंदिआं भी परिवार तो उपराम रहिंदे परिवार दे विच ही ने। दसां नौहां दी किरत करदे महाराज ने सानू इहो जिहा ये मार्ग दस्सिआ। घर छड्ड के, परिवार छड्ड के जंगलां विच जाके रब नहीं मिलना, मिलना परिवार दे विच मिल जाना। बस तू अपनी किरत दसां नौहां दी सच्ची कर, उहदे विच बेईमानी ना होवे, ते तू नाम जप, किरत विरत कर धर्म दी हथों दे के भला मनाए, तैनूं घरे बैठियां ही मिलेगा परमात्मा। गिरही मैं हर जन उदासी। परिवार विच रहिंदिआं परिवार दी मोह ममता तो, झगड़े कलेश तो दूर रहना। परिवार विच रहिंदा भी पिया ममता तो मोह तो परे। किवें? हुण साडे मन में सवाल आ जाता भी ये किवें हो सकदा? जे परिवार विच रवांगे तो खुब ही जावांगे ना परिवार दे मोह विच, दुख विच। विद्वान कहिंदे ने कमल दा फुੱਲ कदे वेखिआ? कमल दा फुੱਲ चिक्कड़ विच ही रहिंदा, पानी विच ही रहिंदा, जड़ां ओहदियां पानी विच ने, चिक्कड़ दे विच। पर जदों फुੱਲ खिड़दा ना कमल दा, वो पानी तो बाहर आके खिलदा, उच्चा हो गया। कमल दे फुੱਲ तक पानी मार नहीं कर सकता, इन्ना उच्चा है।
महाराज कहन लगे अपना जीवन कमल दे फुੱਲ वर्गा बना ला। जड़ां तेरियां परिवार विच ने, मैंबरां दे विच ने, कामकार दे विच ने, पर उदास इस तरह रहना, उपराम इस तरह रहना जिवें कमल दा फुੱਲ पानी तो बाहर खिड़दा आ गया। इस तरह मोह ममता तो दूर रवेंगा तां प्राप्ति होनी है। सतगुरु पातशाह कहन लगे गिरही मैं हर जन सदा उदासी। इस तरह गुरमुख जिहड़े ने सदा परिवार विच रहिंदिआं भी परिवार तो उपराम रहिंदे हन। सतगुर सेव सदा सुख पाया, हर राखिया उर धारी। जिन्हां ने गुरु दी सेवा कीती है ते फिर उन्होंने हरि परमात्मा नूं हिरदे विच पा लिया गुरु दी सेवा करके। कुछ लोग आखदे सेवा करके की मिलदा। साडे विच कुछ इहो जिहे लोग ने जिहड़े ये गल कहिंदे सेवा करके की मिलदा। सेवा नहीं करनी चाहिए। हुण वो समा नहीं रहा, हुण तो सब कुछ मशीनां करदियां, हुण सेवा काहदी करनी है। पर गुरु अंगद साहब महाराज तो लैके गुरु गोबिंद सिंह महाराज, गुरुआं दा इतिहास पढ़ के वेख ला। जे ते गुरु ने सेवा की है फिर इहदा मतलब है भी सेवा करनी चाहिए है। गुरु घर दे सिख बाबा बुढ़ा साहब जी जिहड़े गुरु नानक साहब तो सिख बन गए, 6वें गुरु तक गुरु घर दे विच रहे, उन्हां दा जीवन पढ़ के वेख ला। जे उन्होंने सेवा की है तो फिर तो तू ही समझ भी करनी चाहिए है। जे उन्होंने प्रशादे छक लिया काम कोई नहीं किया फिर तू समझ ला भी नहीं करना चाहिए। सतगुरु पातशाह कहन लगे सतगुर सेव जिन्हां ने की है गुरु की सेवा, उन्होंने हिरदे विच परमात्मा नूं कर लिया धारण गुरु नूं खुश करके। ते पातशाह कहंदे सुख पाया, सदा वास्ते आत्मिक सुख उन्हां गुरमुखां ने प्राप्त कर लिया जिहड़े ऐसी अवस्था दे मालक बने हन। इहो मनुआ दिस धाम दा दूजे भाए खुआया। जिहड़ा साडा मन है ना एक पासे नहीं भजदा भी एक पासे कला परिवार वाले पासे भजदा नहीं। यह मनुआ दह दिस धाव दा दसां दिशा दे वाल ही भजदा, कला परिवार वाले नहीं। परिवार तो हो सकता चढ़दे वाले पासे रहिंदा होवे पर कला मन चढ़दे नूं नहीं जांदा। ये उत्तर नूं भी जांदा, दखण नूं भी जांदा, पूर्व नूं भी जांदा, पश्चिम नूं भी जांदा। ये चार दिशावां नूं मन भजदा। चार दिशावां दियां चार कोणां ने, उन्हां चौवां कोणां नूं भी ये मन दौड़दा है। चार नुकरां जिन्हां नूं आपां कह दिंदे, खुंजा कह दिंदे, उधर नूं भी मन भजदा है। ते नावी है धरती, कदे धरती नूं भज जांदा, थल्लियों पताल दे मैं हीरे मोती कढ लियावां। कब हूँ जियड़ा ऊब चढ़त है, कब हूँ जाए प्याले। कदे ते आखदा मैं फलाने देवते की आराधना करा, वो स्वर्गां विचों आवेगा उपरों थल्ले उतर के मैनू वर दे के जावेगा, मैनू इस चीज़ की भुख है। कदे ते स्वर्गां दे पदार्थां की मंग रखदा, कब हूँ जाए प्याले। कदे धरती दियां खोजां करदा पिया, थल्ले तैं दे विच की दबिया पिया मैनू वो भी मिल जावे। लोभी जियड़ा थिर ना रहत है, चारे कुंडा भाले। ये मन खलोंदा नहीं, वो हर वेले भजदा पिया। इहो मनुआ दह दिस धावदा, दसां दिशावां दे विच, कदे पताल नूं कदे आकाश नूं। धावदा की है, दौड़दा ही रहिंदा हर वेले। एक हुंदा चलना, चलदा ते हौली हौली है, दौड़ना हुंदा तेज। ये मन चलदा नहीं, मन दौड़दा है, भजदा है। तू तो इत्थे बैठा, मन तेरा भज के पहुँच गया तेरे खजाने दे कोल। तू इत्थे बैठा, मन तेरा भज के पहुँच गया तेरी प्रॉपर्टी दे कोल। तू इत्थे बैठा, मन तेरा इन्ना दौड़िया तेरे परिवार दे कोल पहुँच भी गया। ये मन तुरदा नहीं, मन दौड़दा है, मन भजदा है। एक क्षण विच पता नहीं कित्थों तो कित्थे हो के आ जांदा, इन्नी ताकत रखदा। इहो मनुआ दह दिस धावदा, दसां दिशावां दे वल भजदा। दूजा भाए खुआया, द्वैत विच लगन करके तां ये खराब हुंदा पिया, तां दुखी हुंदा पिया। आपां आम ही आख दिंदे मैं बड़ा दुखी हाँ दुनिया तो, मैनू बड़ी चिंता है, मैनू बड़ी फिक्र है। क्यों? इस करके क्योंकि तेरा मन टिकदा नहीं पिया, तेरा मन भजदा पिया। जिन्ना मन भजेगा उन्ना वध दुखी होवेगा। इस करके मन नूं गुरु चरणां विच टिकाउणा कर। मनमुख मुगद हर नाम ना चेता। जिहड़े मनमुख लोग ने, मुगद कहिए जिहड़े मूर्ख ने। एक तो हुंदा ना कल्ला मनमुख भी, चल गुरु नहीं धारण किया, बंदा अपने मन की मर्जी करता। जिहड़ा मन की मर्जी करे उन्होंने आख्या जाता मन मुख,
भी अपने मन ਨੂੰ ਮੁੱਖ ਰੱਖ ਕੇ ਤੁਰਦਾ ਪਿਆ। ਮਨਮੁਖੀ ਨਹੀਂ ਹੈ ਇਕੱਲਾ, ਇਹ ਨਾਲ ਮੁਗਧ ਵੀ ਹੈ। ਮੁਗਧ ਕਹਿੰਦੇ ਮੂਰਖ ਨੂੰ, ਇਹ ਮੂਰਖ ਵੀ ਹੈ ਨਾਲ। ਮਨ ਦੀ ਮਰਜ਼ੀ ਤੇ ਕਰਦਾ ਹੈ, ਮਨਮੁਖ ਤੇ ਸੀ ਪਰ ਮਰਜ਼ੀ ਕਰਦਾ ਮੂਰਖਾਂ ਵਾਲੀ, ਚੰਗੀ ਮਰਜ਼ੀ ਨਹੀਂ ਕਰਦਾ, ਚੰਗੇ ਪਾਸੇ ਨਹੀਂ ਚੱਲਦਾ। ਪਤਾ ਵੀ ਆਹ ਕੰਮ ਕਰਕੇ ਮਾਰ ਪੈਣੀ ਹੈ, ਬਦਨਾਮੀ ਹੋਣੀ ਹੈ, ਫਿਰ ਵੀ ਕਰਦਾ, ਤੇ ਮੂਰਖ ਹੀ ਹੋ ਗਿਆ। ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਹੁਣ ਬੰਦਾ ਜਿਹੜੀ ਟਾਹਣੀ ਤੇ ਬੈਠਾ ਹੈ ਉਸੇ ਟਾਹਣੀ ਦੇ ਉੱਪਰ ਹੀ ਕੁਹਾੜਾ ਰੱਖ ਦੇਵੇ ਵੀ ਆਹ ਟਾਹਣੀ ਵੱਢਣੀ ਹੈ, ਟਾਹਣੀ ਤੇ ਮਗਰੋਂ ਡਿੱਗੇਗੀ, ਪਹਿਲਾਂ ਤੂੰ ਡਿੱਗੇਗਾ, ਤੇ ਫਿਰ ਮੂਰਖ ਹੀ ਹੋਇਆ। ਸਤਿਗੁਰੂ ਪਾਤਸ਼ਾਹ ਕਹਿੰਦੇ ਮਨਮੁਖ ਬੰਦਾ ਜਿੱਥੇ ਮਨ ਨੂੰ ਮੁਖੀ ਬਣਾ ਕੇ ਰੱਖਦਾ ਹੈ ਉੱਥੇ ਨਾਲ ਮੂਰਖ ਵੀ ਹੈ। ਦਿਸਦਾ ਵੀ ਪਿਆ ਵੀ ਇੱਥੋਂ ਮਾਰ ਪੈ ਜਾਣੀ ਹੈ, ਫਿਰ ਵੀ ਕਰਦਾ ਹੈ। ਪਰ ਕਹਿਣ ਲੱਗੇ ਮਨਮੁਖ ਮੁਗਧ ਸਾਰਾ ਕੁਝ ਹੀ ਕਰੇਗਾ, ਇੱਕ ਕੰਮ ਨਹੀਂ ਕਰਦਾ, ਹਰ ਨਾਮ ਨਾ ਚੇਤਾ ਹੈ, ਰੱਬ ਦੇ ਨਾਮ ਨੂੰ ਯਾਦ ਨਹੀਂ ਕਰਦਾ, ਉਹ ਤੋਂ ਦੌੜਦਾ। ਜਿਵੇਂ ਹਲਕਾ ਕੁੱਤਾ ਪਾਣੀ ਨੂੰ ਵੇਖ ਕੇ ਪਰੇ ਭੱਜ ਜਾਂਦਾ ਨਾ, ਇਸੇ ਤਰ੍ਹਾਂ ਲੋਭੀ ਮਨੁੱਖ ਰੱਬ ਦੇ ਨਾਮ ਤੋਂ ਪਰੇ ਭੱਜੇਗਾ, ਕਦੇ ਨੇੜੇ ਨਹੀਂ ਆਏਗਾ, ਉਹਨੂੰ ਚੰਗਾ ਹੀ ਨਹੀਂ ਲੱਗੇਗਾ। ਮਨਮੁਖ ਮੁਗਧ ਹਰ ਨਾਮ ਨਾ ਚੇਤਾ ਹੈ, ਨਾਮ ਨੂੰ ਯਾਦ ਨਹੀਂ ਕਰਦਾ। ਤੇ ਫਿਰ ਕੀ ਹੋ ਗਿਆ? ਕਈ ਵਾਰੀ ਅਸੀਂ ਇਹ ਵੀ ਗੱਲ ਕਹਿ ਦਿੰਦੇ, ਮੈਂ ਅੱਜ ਤੋਂ ਬਾਅਦ ਪਾਠ ਛੱਡ ਦੇਣਾ, ਮੈਂ ਅੱਜ ਤੋਂ ਬਾਅਦ ਸੰਗਤ ਛੱਡ ਦੇਣੀ ਹੈ, ਮੈਂ ਅੱਜ ਤੋਂ ਬਾਅਦ ਗੁਰਦੁਆਰੇ ਜਾਣਾ ਛੱਡ ਦੇਣਾ। ਸਾਨੂੰ ਲੱਗਦਾ ਵੀ ਸ਼ਾਇਦ ਮੈਂ ਇਹ ਕਰਾਂਗਾ ਤੇ ਰੱਬ ਨੂੰ ਤੇ ਘਾਟਾ ਪੈ ਜਾਏਗਾ, ਰੱਬ ਤੇ ਭੱਜਿਆ ਆਵੇਗਾ ਮੇਰੇ ਘਰੇ ਵੀ ਨਹੀਂ ਫਲਾਣਿਆ ਤੂੰ ਜ਼ਰੂਰ ਮੈਨੂੰ ਜਾਪ, ਨਹੀਂ ਤੇ ਮੇਰਾ ਤੇ ਸਰਨਾ ਨਹੀਂ। ਅਸੀਂ ਇਹ ਸੋਚਦੇ ਹਾਂ ਵੀ ਸ਼ਾਇਦ ਉਹਨੂੰ ਘਾਟਾ ਪਵੇਗਾ। ਮਹਾਰਾਜ ਕਹਿੰਦੇ ਨਹੀਂ, ਬਿਰਥਾ ਜਨਮ ਗਵਾਇਆ, ਇਹ ਜਨਮ ਤੂੰ ਹੀ ਆਪਣਾ ਵਿਅਰਥ ਗਵਾ ਲੈਣਾ, ਉਹਨੂੰ ਥੋੜ੍ਹੀ ਫਰਕ ਪੈਣ ਲੱਗਾ। ਪਰਮਾਤਮਾ ਨੂੰ ਫਰਕ ਕੋਈ ਨਹੀਂ, ਤੂੰ ਮੰਦਰ ਨਹੀਂ ਜਾਵੇਂਗਾ ਭਗਵਾਨ ਨੂੰ ਖਤਰਾ ਕੋਈ ਨਹੀਂ ਹੈ, ਗੁਰਦੁਆਰੇ ਨਹੀਂ ਆਵੇਂਗਾ ਗੁਰੂ ਨੂੰ ਫਰਕ ਕੋਈ ਨਹੀਂ ਹੈ, ਨਾਮ ਨਹੀਂ ਜਪਦਾ, ਸਿਮਰਨ ਨਹੀਂ ਕਰਦਾ ਵੀ ਰੱਬ ਨੂੰ ਫਰਕ ਪਵੇ। ਨਹੀਂ, ਬਿਰਥਾ ਜਨਮ ਗਵਾਇਆ, ਜਨਮ ਤੇਰਾ ਵਿਅਰਥ ਜਾਣਾ ਹੈ, ਖਾਲੀ ਚਲੇ ਜਾਣਾ, ਉਹਨੂੰ ਕੋਈ ਫਰਕ ਨਹੀਂ ਹੈ। ਸਤਿਗੁਰ ਭੇਟੇ ਤਾਂ ਨਾ ਉਪਾਏ, ਹਉਮੈ ਮੋਹ ਚੁਕਾਇਆ। ਸਤਿਗੁਰੂ ਨੂੰ ਜੇ ਮਿਲੀਏ ਤੇ ਗੁਰੂ ਕੋਲੋਂ ਨਾਮ ਮਿਲਦਾ ਹੈ, ਨਾਮ ਮਿਲਦਾ ਹੈ। ਨਾਮ ਇਹੋ ਜਿਹਾ ਪਵਿੱਤਰ ਹੈ, ਜਪੇਗਾ ਤੂੰ ਵੀ ਪਵਿੱਤਰ ਹੋ ਜਾਏਗਾ। ਔਰ ਨਾਮ ਸਾਰਿਆਂ ਦੇ ਵਿੱਚ ਵਜਾ ਸੁਣਾ ਕੇ ਦਿੱਤਾ ਜਾਵੇਗਾ। ਸਤਿਗੁਰ ਭੇਟੇ, ਗੁਰੂ ਮਿਲ ਪਵੇ ਤਾਂ ਨਾਉ ਪਾਏ। ਨਾਉ ਕਹੀਏ ਨਾਮ, ਤਾਂ ਨਾਮ ਮਿਲਦਾ। ਨਾਮ ਇੱਕ ਇਹੋ ਜਿਹੀ ਵਸਤੂ ਹੈ ਜਿਹੜੀ ਕੇਵਲ ਗੁਰੂ ਕੋਲੋਂ ਹੀ ਮਿਲਦੀ ਹੈ। ਤੁਹਾਡੇ ਕੋਲ ਜਿੰਨੀ ਮਰਜ਼ੀ ਮਾਇਆ, ਦੁਕਾਨ 'ਤੇ ਚਲੇ ਜਾਓ, ਸ਼ੋਰੂਮ ਚਲੇ ਜਾਓ, ਮਾਲਵੇ ਚਲੇ ਜਾਓ, ਇੰਨੀ ਮਾਇਆ ਲਓ, ਮੈਨੂੰ ਨਾਮ ਪੈਕ ਕਰ ਦਿਓ, ਨਾਮ ਦੇ ਦਿਓ, ਨਹੀਂ ਮਿਲੇਗਾ। ਨਾਮ ਮਿਲੇਗਾ ਤੇ ਗੁਰੂ ਕੋਲੋਂ ਮਿਲੇਗਾ, ਗੁਰੂ ਦੇਵੇਗਾ ਤੇ ਤਾਂ ਮਿਲੇਗਾ, ਗੁਰੂ ਕੋਲੋਂ ਖੋਇਆ ਵੀ ਨਹੀਂ ਜਾ ਸਕਦਾ। ਜੇ ਕੋਈ ਬੰਦਾ ਆਖੇ ਨਾ ਵੀ 4 ਬੰਦੇ ਲਿਆ ਕੇ ਮੈਂ ਗੁਰੂ ਦੇ ਦੁਆਲੇ ਹੋ ਜਾਵਾਂਗਾ ਤੇ ਖੋ ਕੇ ਲੈ ਜਾਵਾਂਗਾ, ਖੋ ਕੇ ਨਹੀਂ ਕੁਝ ਮਿਲਦਾ। ਜੇ ਖੋ ਕੇ ਮਿਲਦਾ ਹੋਵੇ ਨਾ ਤੇ ਬਾਦਸ਼ਾਹ ਹਿਮਾਯੂ ਆ ਗਿਆ ਸੀ ਗੁਰੂ ਅੰਗਦ ਸਾਹਿਬ ਦੇ ਕੋਲ ਆਪਣੀਆਂ ਫੌਜਾਂ ਲੈ ਕੇ, ਜੇ ਖੋ